ਵਿਦਿਆਰਥੀਓ, ਮੈਂ ਡਾਕਟਰ ਗਗਨਦੀਪ ਕੌਰ ਅੱਜ ਦੇ ਇਸ ਲੈਕਚਰ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਦੇ ਵਿਚਾਰ ਦਾ ਵਿਸ਼ਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ 3 ਕਾਵਿ ਰਚਨਾਵਾਂ ਪੰਚ ਪ੍ਰਵਾਨ, ਪੰਚ ਪ੍ਰਧਾਨ, ਖੁਰਾਸਾਨ ਖਸਮਾਨਾ ਕੀਆ, ਜਿਨ ਸਿਰ ਸੋਹਣ ਪੱਟੀਆਂ ਦੀ ਪ੍ਰਸੰਗ ਸਹਿਤ ਵਿਆਖਿਆ ਅਤੇ ਇਹਨਾਂ ਦੇ ਵਸਤੂਨਿਸ਼ਟ ਪ੍ਰਸ਼ਨ ਉੱਤਰ ਬਾਰੇ ਚਰਚਾ ਕਰਨੀ ਹੈ। ਗੁਰੂ ਸਾਹਿਬ ਦੀ ਪਹਿਲੀ ਰਚਨਾ ਪੰਚ ਪ੍ਰਵਾਨ ਪੰਚ ਪ੍ਰਧਾਨ ਹੈ, ਜਿਸ ਦੀਆਂ ਸਤਰਾਂ ਇਸ ਪ੍ਰਕਾਰ ਹਨ। पंच प्रवान पंच प्रधान, पंचे पावे दरगाह मान, पंचे सोहे दर रजान, पंचा का गुर एक ध्यान, जे को कहे करे विचार, करते के करने नाही सुमार, धौल धर्म दया का पूत, संतोख थाप रखिया जिन सूत। इन्हां दा पहला आपां प्रसंग लिखांगे कि ये काव्य-बंध श्री गुरु नानक देव जी की रचना पंच प्रवान पंच प्रधान विचों लिया गया है, जो जपजी साहब की 16वीं पौड़ी हेठ ਅਤੇ ਕਾਵਿ ਜੋਤਾ ਪੁਸਤਕ ਦੇ ਅੰਤਰਗਤ ਆਉਂਦਾ ਹੈ। ਇਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਕਾਵਿ ਸਤਰਾਂ ਦਾ ਪਾਠ ਜ਼ਰੂਰੀ ਹੈ, ਜਿਵੇਂ ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵੇ ਦਰਗਾਹ ਮਾਨ, ਪੰਚੇ ਸੋਹੇ ਦਰ ਰਜਾਨ, ਪੰਚਾ ਕਾ ਗੁਰ ਏਕ ਧਿਆਨ, ਜਿਸ ਦੀ ਵਿਆਖਿਆ ਆਪਾਂ ਲਿਖਾਂਗੇ ਕਿ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਉਹ ਮਨੁੱਖ ਜਿਸ ਦੀ ਲਿਵ ਜਾਂ ਲਗਨ ਪਰਮਾਤਮਾ ਨਾਲ ਜੁੜਦੀ ਹੈ, ਉਹ ਪਰਮਾਤਮਾ ਦੇ ਘਰ ਜਾਂ ਦਰ 'ਤੇ ਪ੍ਰਵਾਨ ਹੋ ਜਾਂਦੇ ਹਨ ਅਤੇ ਉਹਨਾਂ ਨੂੰ ਮਾਣ ਸਨਮਾਨ ਵੀ ਮਿਲਦਾ ਹੈ। ਅਜਿਹੇ ਗੁਰਮੁਖ ਬੰਦੇ ਰਾਜ ਦਰਬਾਰਾਂ ਵਿੱਚ ਵੀ ਸ਼ੋਭਾ ਪਾਉਂਦੇ ਹਨ, ਕਿਉਂਕਿ ਅਜਿਹੇ ਲੋਕਾਂ ਦਾ ਨਿਸ਼ਾਨਾ ਸਿਰਫ ਇੱਕ ਗੁਰੂ ਦੀ ਹੀ ਕਿਰਪਾ ਪਾਉਣਾ ਹੁੰਦਾ ਹੈ ਅਤੇ ਉਸ ਵਿੱਚ ਹੀ ਉਹ ਆਪਣਾ ਸਾਰਾ ਧਿਆਨ ਲਗਾਉਂਦੇ ਹਨ। ਅਗਲੀਆਂ ਸਤਰਾਂ ਹਨ। ਜੇ ਕੋ ਕਹੇ ਕਰੇ ਵਿਚਾਰ, ਕਰਤੇ ਕੇ ਕਰਨੇ ਨਾਹੀ ਸੋ ਮਾਰ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਇਹਨਾਂ ਸਤਰਾਂ ਵਿੱਚ ਗੁਰੂ ਸਾਹਿਬ ਕਹਿੰਦੇ ਹਨ ਕਿ ਜੇ ਕੋਈ ਮਨੁੱਖ ਅਕਾਲ ਪੁਰਖ ਦੇ ਕੰਮਾਂ ਦਾ ਅੰਤ ਪਾਉਣਾ ਚਾਹੁੰਦਾ ਹੈ ਤਾਂ ਉਹ ਅਜਿਹਾ ਨਹੀਂ ਕਰ ਸਕਦਾ। ਪ੍ਰਭੂ ਦੇ ਕੰਮਾਂ ਦਾ ਲੇਖਾ ਨਹੀਂ ਹੈ, ਭਾਵ ਉਸ ਦੇ ਕੰਮਾਂ ਦਾ ਕੋਈ ਹਿਸਾਬ ਨਹੀਂ ਲੈ ਸਕਦਾ। ਧੌਲ ਧਰਮ ਦਇਆ ਕਾ ਪੂਤ ਵਾਲੀ ਲਾਈਨ ਵਿੱਚ ਗੁਰੂ ਜੀ ਕਹਿੰਦੇ ਹਨ ਕਿ ਇਹ ਇੱਕ ਮਿਥਿਹਾਸਿਕ ਕਥਾ ਹੈ ਕਿ ਇੱਕ ਧੌਲ ਬਲਦ ਨੇ ਆਪਣੇ ਸਿੰਗਾਂ ਉੱਤੇ ਇਸ ਧਰਤੀ ਦੇ ਬੋਝ ਨੂੰ ਚੁੱਕਿਆ ਹੈ। ਅਸਲ ਵਿੱਚ ਇਹ ਧੌਲ ਕੋਈ ਹੋਰ ਨਹੀਂ ਬਲਕਿ ਧਰਮ ਹੈ। ਮਤਲਬ ਜਿਸ ਦੇ ਦਿਲ ਵਿੱਚ ਦਇਆ ਹੈ, ਉੱਥੇ ਹੀ ਧਰਮ ਵੱਧਦਾ ਫੁੱਲਦਾ ਹੈ। ਇਸ ਧਰਮ ਨੇ ਹੀ ਮਰਿਆਦਾ ਅਨੁਸਾਰ ਸੰਤੋਖ ਨੂੰ ਜਨਮ ਦਿੱਤਾ ਹੈ। ਅਗਲਾ ਕਾਵਿ-ਬੰਧ ਹੈ ਜੇ ਕੋ ਬੂਝੇ ਹੋਏ ਸਚਿਆਰ, ਧਵਲੇ ਉੱਪਰ ਕੀਤਾ ਭਾਰ, ਧਰਤੀ ਹੋਰ ਪਰੇ ਹੋਰ ਹੋਰ, ਤਿਸਤੇ ਭਾਰ ਤਲੇ ਕਵਣ ਜੋਰ। ਇਸ ਵਿੱਚ ਗੁਰੂ ਜੀ ਕਹਿੰਦੇ ਹਨ ਕਿ ਜਿਹੜਾ ਮਨੁੱਖ ਇਸ ਵਿਚਾਰ ਨੂੰ ਸਮਝ ਲੈਂਦਾ ਹੈ ਤਾਂ ਉਹ ਸੱਚ ਨੂੰ ਪ੍ਰਾਪਤ ਕਰ ਲੈਂਦਾ ਹੈ। ਮਤਲਬ ਉਸ ਅੰਦਰ ਅਕਾਲ ਪੁਰਖ ਦੇ ਨਾਮ ਦਾ ਚਾਨਣ ਹੋ ਜਾਂਦਾ ਹੈ। ਜੇਕਰ ਕੋਈ ਧੌਲ ਬਲਦ ਵਾਲੀ ਗੱਲ ਨੂੰ ਸੱਚ ਮੰਨਦਾ ਹੈ ਤਾਂ ਉਹ ਇਹ ਗੱਲ ਤਾਂ ਸੋਚੇ ਕਿ ਇੱਕ ਵਿਚਾਰਾ ਬਲਦ ਇੰਨੇ ਭਾਰ ਨੂੰ ਕਿਵੇਂ ਚੁੱਕ ਸਕਦਾ ਹੈ। ਉਸ ਦੇ ਹੇਠਾਂ ਹੋਰ ਕੁਝ ਵੀ ਤਾਂ ਹੁੰਦਾ ਹੋਵੇਗਾ। ਇੰਨੀ ਵੱਡੀ ਧਰਤੀ ਦੇ ਹੇਠਾਂ ਕਿਸ ਦਾ ਜ਼ੋਰ ਚੱਲ ਸਕਦਾ ਹੈ। ਅਗਲੀਆਂ ਲਾਈਨਾਂ ਹਨ। ਜੀਆ ਜਾਤ ਰੰਗਾ ਕੇ ਨਾਮ, ਸਭਨਾ ਲਿਖਿਆ ਬੁੜੀ ਕਲਾਮ, ਇਹ ਲੇਖਾ ਲਿਖ ਜਾਣੇ ਕੋਏ, ਲੇਖਾ ਲਿਖਿਆ ਕੀਤਾ ਹੋਏ। ਭਾਵ ਇਸ ਧਰਤੀ ਉੱਤੇ ਬੇਅੰਤ ਰੰਗਾਂ ਅਤੇ ਜਾਤੀਆਂ ਦੇ ਜੀਵ ਵਸਦੇ ਹਨ ਅਤੇ ਪਰਮਾਤਮਾ ਨੇ ਇਹਨਾਂ ਸਾਰਿਆਂ ਦੇ ਲੇਖ ਜਾਂ ਕਿਸਮਤ ਅਲੱਗ-ਅਲੱਗ ਹੀ ਲਿਖੀ ਹੈ। ਇਸ ਦਾ ਹਿਸਾਬ ਕਿਤਾਬ ਤਾਂ ਪਰਮਾਤਮਾ ਆਪ ਹੀ ਜਾਣਦਾ ਹੈ ਕਿ ਇਹ ਲੇਖਾ ਕਿੰਨਾ ਲੰਮਾ ਅਤੇ ਚੌੜਾ ਹੈ। ਇਹ ਲੇਖਾ ਲਿਖਣਾ ਮਨੁੱਖ ਦੇ ਵੱਸ ਦਾ ਕੰਮ ਨਹੀਂ ਹੈ। ਅਗਲੀਆਂ ਕਾਵਿ ਸਤਰਾਂ ਹਨ। ਕੇਤਾ ਤਾਣ ਸਵਾਲਿਓ ਰੂਪ, ਕੇਤੀ ਦਾਤ ਜਾਣੇ ਕੌਣ ਕੂਤ। ਇਸ ਵਿੱਚ ਗੁਰੂ ਜੀ ਕਹਿੰਦੇ ਹਨ ਕਿ ਪਰਮਾਤਮਾ ਬੜਾ ਸ਼ਕਤੀਸ਼ਾਲੀ ਅਤੇ ਸੋਹਣੇ ਸਰੂਪ ਵਾਲਾ ਹੈ। ਉਸ ਦੀ ਸੁੰਦਰਤਾ ਅਤੇ ਸ਼ਕਤੀ ਪ੍ਰਸ਼ੰਸਾਯੋਗ ਹੈ। ਨਾਲ ਹੀ ਉਸ ਦੀਆਂ ਦਾਤਾਂ ਬੇਅੰਤ ਅਤੇ ਅਣਗਿਣਤ ਹਨ। ਉਸ ਦੀ ਬੇਅੰਤ ਸ਼ਕਤੀ, ਸੋਹਣੇ ਸਰੂਪ ਅਤੇ ਨਾ ਮੁੱਕਣ ਵਾਲੀਆਂ ਦਾਤਾਂ ਦਾ ਅਨੁਮਾਨ ਲਗਾਉਣਾ ਅਸੰਭਵ ਹੈ। ਕੀਤਾ ਪਸਾਓ ਏਕੋ ਕਵਾਓ। ਇਸ ਦਾ ਭਾਵ ਹੈ ਕਿ ਪਰਮਾਤਮਾ ਨੇ ਆਪਣੇ ਇੱਕ ਹੁਕਮ ਅਨੁਸਾਰ ਇਹ ਸਾਰਾ ਪਸਾਰਾ ਭਾਵ ਸੰਸਾਰ ਬਣਾਇਆ ਹੈ। ਤਿਸਤੇ ਹੋਏ ਲੱਖ ਦਰਿਆਓ, ਮਤਲਬ ਉਸ ਦੇ ਹੁਕਮ ਨਾਲ ਹੀ ਲੱਖਾਂ ਦਰਿਆ ਹੋਂਦ ਵਿੱਚ ਆਏ ਹਨ। ਕੁਦਰਤ ਕਵਣ ਕਿਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ। ਇਸ ਵਿੱਚ ਗੁਰੂ ਜੀ ਕਹਿੰਦੇ ਹਨ ਕਿ ਮੈਂ ਉਸ ਕੁਦਰਤ ਦੇ ਕੰਮਾਂ ਨੂੰ ਬਿਆਨ ਕਰਨ ਦੇ ਕਾਬਲ ਨਹੀਂ ਹਾਂ। ਮੈਂ ਤਾਂ ਉਸ ਕੁਦਰਤ ਉੱਪਰ ਕੁਰਬਾਨ ਹੋਣ ਜੋਗਾ ਵੀ ਨਹੀਂ ਹਾਂ। ਜੋ ਤੁਧ ਭਾਵੇ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ।
ਇਸ ਵਿੱਚ ਗੁਰੂ ਸਾਹਿਬ ਕਹਿੰਦੇ ਹਨ ਕਿ ਹੇ ਪਰਮਾਤਮਾ, ਤੈਨੂੰ ਜੋ ਕੁਝ ਵੀ ਚੰਗਾ ਲੱਗਦਾ ਹੈ ਉਹੀ ਚੰਗਾ ਤੇ ਵਡਿਆਈ ਵਾਲਾ ਕੰਮ ਹੈ। ਤੂੰ ਸਦਾ ਅਟਲ ਰਹਿਣ ਵਾਲਾ ਹੈ, ਇਸ ਲਈ ਹੇ ਨਿਰੰਕਾਰ, ਤੇਰੀ ਰਜ਼ਾ ਵਿੱਚ ਰਹਿਣਾ ਹੀ ਠੀਕ ਹੈ। ਇਸ ਤੋਂ ਬਾਅਦ ਪੰਜ ਪ੍ਰਵਾਨ ਪੰਜ ਪ੍ਰਧਾਨ ਕਾਵਿ ਰਚਨਾ ਦੇ ਔਖੇ ਸ਼ਬਦਾਂ ਦੇ ਸੌਖੇ ਅਰਥ ਅਤੇ ਇਸ ਰਚਨਾ ਨਾਲ ਸੰਬੰਧਿਤ ਮਹੱਤਵਪੂਰਨ ਟਿੱਪਣੀਆਂ ਦਿੱਤੀਆਂ ਗਈਆਂ ਹਨ, ਜੋ ਇਸ ਦੀ ਪ੍ਰਸੰਗ ਸਹਿਤ ਵਿਆਖਿਆ ਕਰਨ ਲਈ ਬਹੁਤ ਫਾਇਦੇਮੰਦ ਹਨ। ਵਿਦਿਆਰਥੀ ਆਪਣੀ ਸਹੂਲਤ ਅਨੁਸਾਰ ਇਸ ਦਾ ਅਧਿਐਨ ਕਰ ਸਕਦੇ ਹਨ। ਅਗਲੀ ਰਚਨਾ ਖੁਰਾਸਾਨ ਖਸਮਾਨਾ ਕੀਆ ਹੈ। ਇਸ ਦੀਆਂ ਕਾਵਿ ਸਤਰਾਂ ਹਨ। ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਆਪੇ ਦੋਸ ਨ ਦੇਈ ਕਰਤਾ ਜਮਕਰ ਮੁਗਲ ਚੜਾਇਆ, ਇਤੀ ਮਾਰ ਪਈ ਕਰਲਾਣੇ ਤੈ ਕੀ ਦਰਦ ਨ ਆਇਆ, ਕਰਤਾ ਤੂੰ ਸਭਨਾ ਕਾ ਸੋਈ, ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨ ਹੋਈ ਰਹਾਓ। ਸਭ ਤੋਂ ਪਹਿਲਾਂ ਅਸੀਂ ਇਸ ਦਾ ਪ੍ਰਸੰਗ ਲਿਖਾਂਗੇ ਕਿ ਇਹ ਕਾਵਿ-ਬੰਧ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਖੁਰਾਸਾਨ ਖਸਮਾਨਾ ਕੀਆ ਵਿੱਚੋਂ ਲਿਆ ਗਿਆ ਹੈ, ਜੋ ਬਾਬਰ ਬਾਣੀ ਦੇ ਸ਼ਬਦਾਂ ਵਿੱਚ ਅੰਕਿਤ ਹੈ ਅਤੇ ਕਾਵਿ ਜੋਤਾਂ ਪੁਸਤਕ ਦੇ ਅੰਤਰਗਤ ਆਉਂਦਾ ਹੈ। ਇਸ ਸ਼ਬਦ ਵਿੱਚ ਮੁਗਲ ਸਮਰਾਟ ਬਾਬਰ ਵੱਲੋਂ 1521 ਈਸਵੀ ਵਿੱਚ ਸੈਦਪੁਰ ਐਮਨਾਬਾਦ 'ਤੇ ਜਿਹੜਾ ਹਮਲਾ ਹੋਇਆ ਸੀ, ਉਸ ਦੌਰਾਨ ਲੋਕਾਂ ਦੀ ਜਾਂ ਨਿਰਦੋਸ਼ ਲੋਕਾਂ ਦੀ ਜਿਹੜੀ ਦੁਰਦਸ਼ਾ ਹੋਈ ਸੀ, ਉਸ ਦਾ ਬਿਆਨ ਕੀਤਾ ਗਿਆ ਹੈ। ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ ਵਿੱਚ ਗੁਰੂ ਜੀ ਕਹਿੰਦੇ ਹਨ ਕਿ ਖੁਰਾਸਾਨ, ਜੋ ਕਿ ਈਰਾਨ ਦੇ ਪੂਰਬ ਵਿੱਚ ਅਤੇ ਅਫਗਾਨਿਸਤਾਨ ਦੇ ਪੱਛਮ ਵੱਲ ਦਾ ਦੇਸ਼ ਹੈ, ਉੱਤੇ ਖਸਮਾਨਾ ਭਾਵ ਕਬਜ਼ਾ ਜਾਂ ਮਾਲਕੀ ਕਰਕੇ ਮੁਗਲ ਹਮਲਾਵਰ ਬਾਬਰ ਨੇ ਹਿੰਦੁਸਤਾਨ ਉੱਤੇ ਆਪਣੇ ਹਮਲੇ ਨਾਲ ਇੱਕ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਸੀ। ਆਪੇ ਦੋਸ ਨ ਦੇਈ ਕਰਤਾ ਜਮਕਰ ਮੁਗਲ ਚੜਾਇਆ ਵਿੱਚ ਗੁਰੂ ਸਾਹਿਬ ਸਾਫ਼ ਤੌਰ 'ਤੇ ਆਖਦੇ ਹਨ ਕਿ ਜਿਹੜੇ ਲੋਕ ਆਪਣੇ ਫਰਜ਼ਾਂ ਨੂੰ ਭੁੱਲ ਕੇ ਐਸ਼ ਪ੍ਰਸਤੀ ਵਿੱਚ ਪੈਂਦੇ ਹਨ, ਉਹਨਾਂ ਨੂੰ ਸਜ਼ਾ ਭੁਗਤਣੀ ਹੀ ਪੈਂਦੀ ਹੈ। ਇਸ ਲਈ ਪਰਮਾਤਮਾ ਉੱਪਰ ਇਤਰਾਜ਼ ਕਰਨਾ ਬਣਦਾ ਨਹੀਂ ਹੈ। ਜੇ ਭਾਰਤ ਦੇ ਹਾਕਮ ਆਪਣੇ ਫਰਜ਼ਾਂ ਨੂੰ ਭੁੱਲ ਕੇ ਸਿਰਫ ਸੁੱਖ ਸਾਧਨਾ ਨੂੰ ਮਾਣਦੇ ਸਨ, ਤਾਂ ਹੀ ਪਰਮਾਤਮਾ ਨੇ ਉਹਨਾਂ ਨੂੰ ਸਬਕ ਸਿਖਾਉਣ ਲਈ ਬਾਬਰ ਨੂੰ ਜਮਰਾਜ ਬਣਾ ਕੇ ਹਿੰਦੁਸਤਾਨ ਉੱਤੇ ਚੜ੍ਹਾ ਦਿੱਤਾ। ਐਤੀ ਮਾਰ ਪਈ ਕਰਲਾਣੇ ਤੈ ਕੀ ਦਰਦ ਨ ਆਇਆ ਵਿੱਚ ਗੁਰੂ ਜੀ ਕਹਿੰਦੇ ਹਨ ਕਿ ਇਹ ਪਰਮਾਤਮਾ ਹੰਕਾਰ ਵਿੱਚ ਚੂਰ ਹਾਕਮਾਂ ਨੂੰ ਸਬਕ ਸਿਖਾਉਣ ਲਈ ਨਿਹੱਥੇ, ਗਰੀਬ ਤੇ ਬੇਕਸੂਰ ਲੋਕਾਂ ਨੂੰ ਵੀ ਸਜ਼ਾ ਮਿਲੀ, ਜੋ ਠੀਕ ਨਹੀਂ ਹੈ। ਹੇ ਪਰਮਾਤਮਾ, ਕੀ ਇੰਨਾ ਜ਼ੁਲਮ ਹੁੰਦਾ ਵੇਖ ਕੇ ਵੀ ਤੈਨੂੰ ਆਮ ਲੋਕਾਂ ਉੱਤੇ ਤਰਸ ਨਹੀਂ ਆਇਆ? ਕਰਤਾ ਤੂੰ ਸਭਨਾ ਕਾ ਸੋਈ ਦਾ ਅਰਥ ਹੈ ਕਿ ਹੇ ਪਰਮਾਤਮਾ, ਤੂੰ ਇਸ ਸੰਸਾਰ ਦਾ ਕਰਤਾ ਤੇ ਪਾਲਣਹਾਰ ਹੈ। ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ, ਭਾਵ ਜੇਕਰ ਕੋਈ ਤਾਕਤਵਰ ਮਨੁੱਖ ਆਪਣੇ ਬਰਾਬਰ ਦੇ ਤਾਕਤਵਰ ਨੂੰ ਮਾਰਦਾ ਹੈ ਤਾਂ ਸਾਡੇ ਮਨ ਵਿੱਚ ਕਿਸੇ ਤਰ੍ਹਾਂ ਦਾ ਕੋਈ ਗੁੱਸਾ ਪੈਦਾ ਨਹੀਂ ਹੁੰਦਾ। ਅਗਲੇ ਕਾਵਿ-ਬੰਧ ਦੀਆਂ ਸਤਰਾਂ ਹਨ। ਸਕਤਾ ਸੀ ਮਾਰੇ ਪੈ ਵੱਗੇ, ਖਸਮੇ ਸਾ ਪੁਰਸਾਈ, ਭਾਵ ਜੇਕਰ ਇੱਕ ਸ਼ਕਤੀਸ਼ਾਲੀ ਸ਼ੇਰ ਕਿਸੇ ਮਾੜੇ ਇੱਜੜ ਉੱਤੇ ਟੁੱਟ ਪਵੇ ਤਾਂ ਉਸ ਇੱਜੜ ਦੇ ਮਾਲਕ ਤੋਂ ਪੁੱਛ ਪੜਤਾਲ ਕੀਤੀ ਜਾਂਦੀ ਹੈ ਕਿ ਇਸ ਤਰ੍ਹਾਂ ਕਿਉਂ ਹੋਇਆ। ਰਤਨ ਵਿਗਾੜ ਵਿਗੋਏ ਕੁੱਤੀ, ਮੋਇਆ ਸਾਰ ਨਾ ਕਾਈ। ਇਸ ਵਿੱਚ ਗੁਰੂ ਸਾਹਿਬ ਆਖਦੇ ਹਨ ਕਿ ਮੁਗਲ ਫੌਜਾਂ ਨੇ ਹੀਰਿਆਂ ਵਰਗੇ ਨਿਰਦੋਸ਼ ਭਾਰਤੀ ਨੌਜਵਾਨਾਂ ਅਤੇ ਲੋਕਾਂ ਉੱਤੇ ਇੰਨਾ ਜ਼ੁਲਮ ਢਾਇਆ ਕਿ ਅਣਗਿਣਤ ਲੋਕ ਮਾਰ ਦਿੱਤੇ ਗਏ ਅਤੇ ਉਹਨਾਂ ਦੀ ਸਾਰ ਲੈਣ ਵਾਲਾ ਵੀ ਉੱਥੇ ਕੋਈ ਨਹੀਂ ਸੀ। ਉਹਨਾਂ ਦੀਆਂ ਲਾਸ਼ਾਂ ਵੀ ਰੁਲ ਰਹੀਆਂ ਸਨ। ਅਗਲੀ ਸਤਰ, ਆਪੇ ਜੋੜ ਵਿਛੋੜੇ ਆਪੇ ਵੇਖ ਤੇਰੀ ਵਡਿਆਈ ਦਾ ਅਰਥ ਹੈ ਕਿ ਹੇ ਪਰਮਾਤਮਾ, ਤੇਰੀਆਂ ਤੂੰ ਹੀ ਜਾਣੇ, ਇਹ ਤੇਰੀ ਹੀ ਵਡਿਆਈ ਹੈ ਕਿ ਤੂੰ ਆਪ ਹੀ ਵਿਛੋੜ ਦਿੰਦਾ ਹੈ ਤੇ ਆਪ ਹੀ ਵਿਛੜਿਆਂ ਹੋਇਆਂ ਦਾ ਮੇਲ ਕਰਵਾ ਦਿੰਦਾ ਹੈ। ਪੈਦਾ ਕਰਨ ਵਾਲਾ ਵੀ ਤੂੰ ਹੈ ਅਤੇ ਮਾਰਨ ਵਾਲਾ ਵੀ ਤੂੰ ਹੈ। ਇਹੀ ਅਸਲ ਵਿੱਚ ਤੇਰੀ ਵਡਿਆਈ ਹੈ। ਅਗਲੀਆਂ ਸਤਰਾਂ ਹਨ। ਜੇ ਕੋ ਨਾਉ ਧਰਾਏ ਵੱਡਾ ਸਾਧ ਕਰੇ ਮਨ ਭਾਣੇ, ਖਸਮੇ ਨਦਰੀ ਕੀੜਾ ਆਵੇ ਚੇਤੇ ਚੁਗੇ ਦਾਣੇ। ਇਸ ਵਿੱਚ ਗੁਰੂ ਸਾਹਿਬ ਕਹਿੰਦੇ ਹਨ ਕਿ ਕੋਈ ਆਪਣੇ ਆਪ ਨੂੰ ਕਿੰਨਾ ਹੀ ਵੱਡਾ ਤੇ ਸ਼ਕਤੀਸ਼ਾਲੀ ਕਿਉਂ ਨਾ ਸਮਝਦਾ ਹੋਵੇ, ਆਪਣੇ ਹੰਕਾਰ ਵਿੱਚ ਜੀ ਰਿਹਾ ਹੋਵੇ, ਫਿਰ ਵੀ ਉਹ ਪਰਮਾਤਮਾ ਦੀਆਂ ਨਜ਼ਰਾਂ ਵਿੱਚ ਦਾਣਾ ਚੁਗਦੇ ਹੋਏ ਇੱਕ ਨਿੱਕੇ ਜਿਹੇ ਕੀੜੇ ਦੇ ਸਮਾਨ ਹੀ ਹੈ। ਫਿਰ ਭਾਵੇਂ ਉਹ ਆਪਣੇ ਮਨ ਭਾਉਂਦੇ ਸਵਾਦਾਂ ਨੂੰ ਮਾਣੇ। ਮਰ ਮਰ ਜੀਵੇ ਤਾਂ ਕਿਛ ਪਾਏ, ਨਾਨਕ ਨਾਮ ਬਖਾਣੇ। ਇਸ ਵਿੱਚ ਗੁਰੂ ਸਾਹਿਬ ਕਹਿੰਦੇ ਹਨ ਕਿ ਅਸਲ ਵਿੱਚ ਮਨੁੱਖ ਵੱਡਾ ਤਾਂ ਹੀ ਬਣਦਾ ਹੈ
ਜਦੋਂ ਉਹ ਆਪਣੇ ਵਿਸ਼ੇ ਵਿਕਾਰਾਂ ਨੂੰ ਮਾਰ ਕੇ ਪ੍ਰਭੂ ਭਗਤੀ ਵਿੱਚ ਰੰਗਿਆ ਜਾਂਦਾ ਹੈ। ਅਗਲੀ ਸਲਾਈਡ ਖੁਰਾਸਾਨ ਖਸਮਾਨਾ ਕੀਆ ਕਾਵ ਰਚਨਾ ਦੇ ਔਖੇ ਸ਼ਬਦਾਂ ਦੇ ਅਰਥਾਂ ਬਾਰੇ ਹੈ। ਵਿਦਿਆਰਥੀ ਇਹਨਾਂ ਨੂੰ ਪੜ੍ਹ ਕੇ ਔਖੇ ਸ਼ਬਦਾਂ ਬਾਬਤ ਹਰ ਕਿਸਮ ਦੀ ਕਠਿਨਾਈ ਨੂੰ ਦੂਰ ਕਰ ਸਕਦੇ ਹਨ। ਗੁਰੂ ਸਾਹਿਬ ਦੀ ਅਗਲੀ ਕਾਵ ਰਚਨਾ ਜਿਨ ਸਿਰ ਸੋਹਣ ਪੱਟੀਆਂ ਹੈ, ਜਿਸ ਦੀਆਂ ਕਾਵ ਸਤਰਾਂ ਹਨ। ਜਿਨ ਸਿਰ ਸੋਹਣ ਪੱਟੀਆਂ ਮਾਂਗੀ ਪਏ ਸੰਧੂਰ, ਸੇ ਸਿਰ ਕਾਤੀ ਮੁੰਨੀਆਂ ਗਲ ਵਿੱਚ ਆਵੇ ਧੂੜ, ਮਹਿਲਾਂ ਅੰਦਰ ਹੋਦੀਆਂ ਹੁਣ ਬਹਿਣ ਨਾ ਮਿਲਣ ਹਦੂਰ, ਆਦੇਸ ਬਾਬਾ ਆਦੇਸ, ਆਦ ਪੁਰਖ ਤੇਰਾ ਅੰਤ ਨਾ ਪਾਇਆ ਕਰ ਕਰ ਦੇਖੇ ਵੇਸ ਰਹਾਓ। ਸਭ ਤੋਂ ਪਹਿਲਾਂ ਅਸੀਂ ਪ੍ਰਸੰਗ ਲਿਖਾਂਗੇ ਕਿ ਇਹ ਕਾਵਿ-ਬੰਧ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਜਿਨ ਸਿਰ ਸੋਹਣ ਪੱਟੀਆਂ ਵਿੱਚੋਂ ਲਿਆ ਗਿਆ ਹੈ, ਜੋ ਬਾਬਰ ਬਾਣੀ ਵਿੱਚ ਅੰਕਿਤ ਹੈ ਅਤੇ ਕਾਵਿ ਜੋਤਾਂ ਪੁਸਤਕ ਦੇ ਅੰਤਰਗਤ ਆਉਂਦਾ ਹੈ। ਇਸ ਵਿੱਚ ਬਾਬਰ ਦੇ ਹਮਲੇ ਵੇਲੇ ਔਰਤਾਂ ਦੀ ਹੋਈ ਦੁਰਦਸ਼ਾ ਦਾ ਬਿਆਨ ਮਿਲਦਾ ਹੈ। ਪਹਿਲੀ ਸਤਰ ਜਿਨ ਸਿਰ ਸੋਹਣ ਪੱਟੀਆਂ ਮਾਂਗੀ ਪਏ ਸੰਧੂਰ ਵਿੱਚ ਗੁਰੂ ਸਾਹਿਬ ਕਹਿੰਦੇ ਹਨ ਕਿ ਜਿਹੜੀਆਂ ਸੱਜ ਵਿਆਹੀਆਂ ਅਤੇ ਹੋਰ ਔਰਤਾਂ ਨੇ ਆਪਣੇ ਬਾਲਾਂ ਨੂੰ ਚੰਗੀ ਤਰ੍ਹਾਂ ਵਾਹ ਸੰਵਾਰ ਕੇ ਸੋਹਣੀਆਂ ਸੋਹਣੀਆਂ ਪੱਟੀਆਂ ਬਣਾ ਕੇ ਮਾਂਗਾਂ ਵਿੱਚ ਸੰਧੂਰ ਭਰਿਆ ਹੋਇਆ ਸੀ, ਉਹ ਬਹੁਤ ਸੋਹਣੀਆਂ ਲੱਗਦੀਆਂ ਸਨ। ਪਰ ਅਗਲੀ ਸਤਰ ਵਿੱਚ ਗੁਰੂ ਸਾਹਿਬ ਕਹਿੰਦੇ ਹਨ ਸੇ ਸਿਰ ਕਾਤੀ ਮੁੰਨੀਆਂ ਗਲ ਵਿੱਚ ਆਵੇ ਧੂੜ, ਭਾਵ ਕਿ ਬਾਬਰ ਦੇ ਹੁਕਮ ਨਾਲ ਉਸਦੇ ਸਿਪਾਹੀਆਂ ਨੇ ਕੈਂਚੀਆਂ ਨਾਲ ਉਹਨਾਂ ਦੇ ਸਿਰ ਮੁੰਨ ਦਿੱਤੇ ਅਤੇ ਉਹ ਮਿੱਟੀ ਵਿੱਚ ਰੁਲ ਰਹੀਆਂ ਸਨ। ਮਹਿਲਾਂ ਅੰਦਰ ਹੋਦੀਆਂ ਹੁਣ ਬਹਿਣ ਨਾ ਮਿਲਣ ਹਦੂਰ, ਭਾਵ ਪਹਿਲਾਂ ਇਸਤਰੀਆਂ ਆਪਣੇ ਮਹਿਲਾਂ ਅੰਦਰ ਸੱਜ ਕੇ ਬੈਠਦੀਆਂ ਅਤੇ ਸਹੂਲਤਾਂ ਨੂੰ ਮਾਣਦੀਆਂ ਸਨ, ਪਰ ਹੁਣ ਇਹਨਾਂ ਨੂੰ ਪਤੀਆਂ ਦੀ ਹਜ਼ੂਰੀ ਵਿੱਚ ਵੀ ਬੈਠਣ ਦੀ ਆਗਿਆ ਨਹੀਂ ਸੀ। ਅਗਲੀਆਂ ਸਤਰਾਂ ਹਨ ਆਦੇਸ ਬਾਬਾ ਆਦੇਸ, ਆਦ ਪੁਰਖ ਤੇਰਾ ਅੰਤ ਨਾ ਪਾਇਆ ਕਰ ਕਰ ਦੇਖੇ ਵੇਸ। ਇਸ ਵਿੱਚ ਗੁਰੂ ਸਾਹਿਬ ਕਹਿੰਦੇ ਹਨ ਕਿ ਇਹ ਬਦਲਾਅ ਪਰਮਾਤਮਾ ਦੇ ਹੁਕਮ ਨਾਲ ਹੀ ਹੋਇਆ ਹੈ, ਜਿਸ ਦਾ ਕੋਈ ਵੀ ਅੰਤ ਤੇ ਭੇਦ ਨਹੀਂ ਪਾ ਸਕਦਾ। ਪਰਮਾਤਮਾ ਵੱਖ-ਵੱਖ ਰੂਪ ਵਿੱਚ ਵਿਚਰਦੇ ਹੋਏ ਇਸ ਸੰਸਾਰ ਨੂੰ ਦੇਖ ਰਿਹਾ ਹੈ। ਅਗਲੀਆਂ ਸਤਰਾਂ ਹਨ ਜਦ ਸੀਆ ਵਿਆਹੀਆ ਲਾੜੇ ਸੋਹਣ ਪਾਸ, ਹਿੰਡੋਲੀ ਚੜ੍ਹਾਈਆ ਦੰਦ ਖੰਡ ਕੀਤੇ ਰਾਸ, ਭਾਵ ਜਦੋਂ ਇਹ ਇਸਤਰੀਆਂ ਵਿਆਹੀਆਂ ਆਈਆਂ ਸਨ ਤਾਂ ਇਹਨਾਂ ਦੇ ਲਾੜੇ ਸੋਹਣੇ ਲੱਗ ਰਹੇ ਸਨ। ਇਹਨਾਂ ਨੂੰ ਡੋਲੀ ਵਿੱਚ ਬਿਠਾ ਕੇ ਲਿਆਂਦਾ ਗਿਆ ਸੀ। ਇਹਨਾਂ ਨੇ ਹਾਥੀ ਦੰਦ ਦੇ ਚੂੜੇ ਪਾ ਕੇ ਸ਼ਿੰਗਾਰ ਕੀਤਾ ਹੋਇਆ ਸੀ। ਉੱਪਰ ਹੈ ਪਾਣੀ ਵਾਰੀਏ ਝੱਲੇ ਚਮਕਣ ਪਾਸ, ਭਾਵ ਡੋਲੀ ਤੋਂ ਉਤਰਦਿਆਂ ਉਹਨਾਂ ਦੇ ਸਿਰਾਂ ਉੱਤੋਂ ਪਾਣੀ ਵਾਰ-ਵਾਰ ਕੇ ਪੀਤਾ ਗਿਆ ਸੀ ਅਤੇ ਉਹਨਾਂ ਨੂੰ ਸ਼ੀਸ਼ੇ ਜੜੀਆਂ ਪੱਖੀਆਂ ਨਾਲ ਹਵਾ ਝੱਲੀ ਜਾਂਦੀ ਸੀ ਅਤੇ ਇਹਨਾਂ ਦੀ ਖੂਬ ਸੇਵਾ ਕੀਤੀ ਜਾਂਦੀ ਸੀ। ਅਗਲਾ ਕਾਵਿ-ਬੰਧ ਹੈ 1 ਲੱਖ ਲਹਿਣ ਬੈਠੀਆਂ ਲੱਖ ਲਹਿਣ ਖੜੀਆਂ, ਗਰੀ ਛੁਹਾਰੇ ਖਾਂਦੀਆਂ ਮਾਣਨ ਸੇਜੜੀਆਂ, ਭਾਵ ਜਦੋਂ ਇਹ ਇਸਤਰੀਆਂ ਵਿਆਹੁਣ ਮਗਰੋਂ ਸਹੁਰੇ ਘਰ ਆਈਆਂ ਤਾਂ ਕੁੜੀਆਂ ਨੇ ਉਹਨਾਂ ਦੇ ਆਲੇ ਦੁਆਲੇ ਝੁਰਮਟ ਪਾ ਲਿਆ। ਬਹੁਤ ਸਾਰੀਆਂ ਕੁੜੀਆਂ ਉਹਨਾਂ ਦੇ ਆਲੇ ਦੁਆਲੇ ਬੈਠੀਆਂ ਅਤੇ ਖੜੀਆਂ ਉਹਨਾਂ ਦੇ ਹੁਕਮ ਦੀ ਉਡੀਕ ਕਰਦੀਆਂ ਸਨ। ਉਹ ਗਿਰੀ ਛੁਹਾਰੇ ਖਾਂਦੀਆਂ ਸਨ ਅਤੇ ਆਪਣੇ ਪਤੀ ਦੇ ਸੰਗ ਨੂੰ ਮਾਣਦੀਆਂ, ਭਾਵ ਖੁਸ਼ ਰਹਿੰਦੀਆਂ ਸਨ। ਪਰ ਹੁਣ ਸਾਰਾ ਦ੍ਰਿਸ਼ ਜਾਂ ਸੀਨ ਹੀ ਬਦਲ ਗਿਆ ਹੈ, ਜਿਸ ਨੂੰ ਗੁਰੂ ਸਾਹਿਬ ਇਸ ਕਾਵਿ-ਬੰਧ ਦੀ ਤੀਜੀ ਸਤਰ ਵਿੱਚ ਬਿਆਨਦੇ ਹੋਏ ਕਹਿੰਦੇ ਹਨ 3 ਗਲ ਸਿਲਕਾ ਪਾਈਆ ਟੁੱਟਣ ਮੁੱਤ ਸਰੀਆ, ਭਾਵ ਬਾਬਰ ਦੇ ਹਮਲੇ ਨਾਲ ਉਸਦੇ ਸੈਨਿਕਾਂ ਨੇ ਇਹਨਾਂ ਇਸਤਰੀਆਂ ਦੇ ਗਲਾਂ ਵਿੱਚ ਗੁਲਾਮੀ ਦੀਆਂ ਰੱਸੀਆਂ ਪਾ ਦਿੱਤੀਆਂ ਸਨ, ਜਿਸ ਕਰਕੇ ਉਹਨਾਂ ਦੀਆਂ ਮੋਤੀਆਂ ਦੀਆਂ ਮਾਲਾਵਾਂ ਟੁੱਟ ਕੇ ਹੇਠਾਂ ਡਿੱਗ ਪਈਆਂ ਸਨ। ਅਗਲਾ ਕਾਵਿ-ਬੰਧ ਹੈ ਧਨ ਜੋਬਨ ਦੋਏ ਵੈਰੀ ਹੋਏ, ਜਿਨੀ ਰੱਖੇ ਰੰਗ ਲਾਏ, ਭਾਵ ਧਨ ਦੌਲਤ ਅਤੇ ਸੁੰਦਰਤਾ ਦੇ ਨਸ਼ੇ ਵਿੱਚ ਇਹ ਇਸਤਰੀਆਂ ਹੰਕਾਰ ਅਤੇ ਬੇਪਰਵਾਹੀ ਵਿੱਚ ਰੁੱਝੀਆਂ ਰਹਿੰਦੀਆਂ ਸਨ। ਪਰ ਹੁਣ ਕਿਹੋ ਜਿਹਾ ਸਮਾਂ ਆਇਆ ਹੈ ਕਿ ਇਹ ਦੋਵੇਂ ਚੀਜ਼ਾਂ ਹੀ ਉਹਨਾਂ ਦੀਆਂ ਦੁਸ਼ਮਣ ਹੋ ਗਈਆਂ ਹਨ। ਅਗਲੀ ਸਤਰ ਹੈ ਦੂਤਾਂ ਨੂੰ ਫਰਮਾਇਆ ਲੈ ਚੱਲੇ ਪੱਤ ਗਵਾਏ, ਭਾਵ ਬਾਬਰ ਨੇ ਆਪਣੇ ਫੌਜੀਆਂ ਨੂੰ ਹੁਕਮ ਦਿੱਤਾ ਕਿ ਇਹਨਾਂ ਇਸਤਰੀਆਂ ਨੂੰ ਕਾਬੂ ਵਿੱਚ ਕਰਕੇ ਇਹਨਾਂ ਦੇ ਇਸਤਰੀ ਤਵ ਦਾ ਅਪਮਾਨ ਕੀਤਾ ਜਾਵੇ। ਅਖੀਰਲੀ ਸਤਰ ਹੈ ਜੇ ਤਿਸ ਪਾਵੇ ਦੇ ਵਡਿਆਈ, ਜੇ ਪਾਵੇ ਦੇ ਸਜਾਏ, ਜਿਸ ਵਿੱਚ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਇਹ ਸਭ ਪਰਮਾਤਮਾ ਦੀ ਹੀ ਮਰਜ਼ੀ ਹੈ ਕਿ ਉਹ ਜਿਸ ਨੂੰ ਚਾਹੇ ਮਾਨ ਸਨਮਾਨ ਅਤੇ ਵਡਿਆਈ ਬਖਸ਼ਦਾ ਹੈ ਅਤੇ ਜੇ ਚਾਹੇ ਤਾਂ ਦੁੱਖਾਂ ਵਿੱਚ ਪਾ ਕੇ ਸਜ਼ਾ ਵੀ ਦਿੰਦਾ ਹੈ। ਅਗਲੀ ਸਲਾਈਡ ਵਿਚਲਾ ਕਾਵਿ-ਬੰਧ ਹੈ ਅੱਗੋਂ
ਦੇ ਜੇ ਚੇਤੀਏ ਤਾਂ ਕਾਇਤ ਮਿਲੇ ਸਜਾਏ। ਭਾਵ ਜੇ ਸਮਾਂ ਰਹਿੰਦੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਨ ਕਰ ਲੈਂਦਾ ਹੈ ਤਾਂ ਪਰਮਾਤਮਾ ਕੋਲੋਂ ਮਿਲਣ ਵਾਲੀਆਂ ਸਜ਼ਾਵਾਂ ਮਨੁੱਖ ਨੂੰ ਕਿਉਂ ਭੁਗਤਣੀਆਂ ਪੈਣ। ਇਸ ਸਤਰ ਨੂੰ ਅਸੀਂ ਇਸ ਤਰ੍ਹਾਂ ਵੀ ਸਮਝ ਸਕਦੇ ਹਾਂ ਕਿ ਜਿਸ ਮਨੁੱਖ ਨੇ ਪਹਿਲਾਂ ਹੀ ਐਸ਼ਪ੍ਰਸਤੀ ਅਤੇ ਹੰਕਾਰ ਨੂੰ ਤਿਆਗ ਕੇ ਪਰਮਾਤਮਾ ਦੀ ਆਰਾਧਨਾ ਕੀਤੀ ਹੋਵੇ ਅਤੇ ਪਰਮਾਤਮਾ ਨੂੰ ਮਨੋਂ ਕਦੇ ਕੱਢਿਆ ਨਾ ਹੋਵੇ, ਫਿਰ ਉਸ ਨੂੰ ਸਜ਼ਾ ਕਿਵੇਂ ਮਿਲ ਸਕਦੀ ਹੈ। ਅਗਲੀ ਲਾਈਨ ਹੈ, ਸਾਹਾ ਸੁਰਤ ਗਵਾਈਆ ਰੰਗ ਤਮਾਸ਼ੇ ਚਾਏ। ਭਾਵ ਜਿਹੜੇ ਦੁਨੀਆ ਦੇ ਰੰਗ ਤਮਾਸ਼ਿਆਂ ਨੂੰ ਮਾਣਦੇ ਹੋਏ ਆਪਣੇ ਅਸਲ ਫਰਜ਼ ਭੁਲਾ ਬੈਠੇ ਸਨ, ਉਹ ਆਪਣੀ ਸੋਝੀ ਵੀ ਗਵਾ ਬੈਠੇ ਸਨ। ਬਾਬਰ ਬਾਣੀ ਫਿਰ ਗਈ ਕੁਇਰ ਨਾ ਰੋਟੀ ਖਾਏ। ਭਾਵ ਬਾਬਰ ਅਤੇ ਉਸਦੇ ਸੈਨਿਕਾਂ ਨੇ ਇੰਨੇ ਜ਼ੁਲਮ ਕੀਤੇ ਕਿ ਰਾਜਕੁਮਾਰ ਵੀ ਰੋਟੀ ਖਾਣਾ ਭੁੱਲ ਗਏ। ਅਗਲਾ ਕਾਬੰਦ ਹੈ, ਇੱਕ ਨਾ ਵਕਤ ਖੁਆਈ ਆਹ ਇੱਕ ਨਾ ਪੂਜਾ ਜਾਏ। ਭਾਵ ਜਦੋਂ ਉਹਨਾਂ ਲੋਕਾਂ ਕੋਲ ਵਕਤ ਸੀ ਉਸ ਸਮੇਂ ਉਹਨਾਂ ਨੇ ਪਰਮਾਤਮਾ ਦਾ ਸਿਮਰਨ ਨਹੀਂ ਕੀਤਾ ਅਤੇ ਹੁਣ ਬਾਬਰ ਦੇ ਹਮਲੇ ਦੇ ਡਰ ਕਾਰਨ ਪ੍ਰਭੂ ਬੰਦਗੀ ਕਰਨ ਦੀ ਹਿੰਮਤ ਵੈਸੇ ਹੀ ਕਿਸੇ ਦੀ ਨਹੀਂ ਹੋ ਰਹੀ। ਚੌਕੇ ਵਿਣ ਹਿੰਦਵਾਣੀਆਂ ਕਿਉਂ ਟਿੱਕੇ ਕੱਢੇ ਨਾਏ। ਭਾਵ ਉਹ ਹਿੰਦੂ ਇਸਤਰੀਆਂ ਜੋ ਪਹਿਲਾਂ ਸੁੱਚ, ਭਿੱਟ, ਜਾਤ ਪਾਤ ਵਰਗੇ ਫੋਕੇ ਕਰਮਕਾਂਡਾਂ ਵਿੱਚ ਰੁੱਝੀਆਂ ਰਹਿੰਦੀਆਂ ਸਨ ਅਤੇ ਚੌਂਕਾ ਸੁੱਚਾ ਕਰਕੇ ਖਾਣਾ ਪਕਾਉਂਦੀਆਂ ਅਤੇ ਖਾਂਦੀਆਂ ਸਨ, ਹੁਣ ਉਹਨਾਂ ਦੀ ਸੁੱਚਤਾ ਕਿੱਥੇ ਗਈ ਅਤੇ ਹੁਣ ਤਾਂ ਉਹ ਟਿੱਕਾ ਕੱਢਣਾ ਵੀ ਭੁੱਲ ਗਈਆਂ। ਰਾਮ ਨਾ ਕਬਹੂ ਚੇਤਿਓ ਹੁਣ ਕਹਿਣ ਨਾ ਮਿਲੇ ਖੁਦਾਏ। ਭਾਵ ਜਿਨ੍ਹਾਂ ਨੇ ਪਹਿਲਾਂ ਪਰਮਾਤਮਾ ਦਾ ਸਿਮਰਨ ਨਹੀਂ ਕੀਤਾ, ਹੁਣ ਉਹਨਾਂ ਨੂੰ ਰਾਮ ਰਾਮ ਅਤੇ ਖੁਦਾ ਖੁਦਾ ਕਹਿਣ ਦਾ ਵੀ ਮੌਕਾ ਨਹੀਂ ਸੀ ਮਿਲ ਰਿਹਾ। ਅਖੀਰਲਾ ਕਾਬੰਦ ਹੈ, ਇੱਕ ਨਾ ਇਹੋ ਲਿਖਿਆ ਬਹਿ ਬਹਿ ਰੋਵੇ ਦੁੱਖ। ਭਾਵ ਬਾਬਰ ਦੇ ਹਮਲੇ ਪਿੱਛੋਂ ਜਿਹੜੇ ਬਚ ਗਏ ਸਨ ਅਤੇ ਸਹੀ ਸਲਾਮਤ ਆਪਣੇ ਘਰ ਪਹੁੰਚ ਗਏ ਸਨ, ਉਹ ਇੱਕ ਦੂਜੇ ਨੂੰ ਮਿਲ ਕੇ ਆਪਸ ਵਿੱਚ ਸੁੱਖ ਸਾਂਦ ਪੁੱਛ ਰਹੇ ਸਨ, ਪਰ ਕਈਆਂ ਦੇ ਭਾਗਾਂ ਵਿੱਚ ਆਪਣੇ ਮਰੇ ਹੋਏ ਸਾਕ ਸੰਬੰਧੀਆਂ ਲਈ ਰੋਣਾ ਧੋਣਾ ਹੀ ਰਹਿ ਗਿਆ। ਜੋ ਤਿਸ ਪਾਵੇ ਸੋ ਥੀਏ ਨਾਨਕ ਕਿਆ ਮਾਨੁਖ। ਭਾਵ ਜੋ ਪਰਮਾਤਮਾ ਨੂੰ ਚੰਗਾ ਲੱਗਦਾ ਉਹੀ ਹੁੰਦਾ, ਬੰਦੇ ਦੇ ਆਪਣੇ ਵਸ ਵਿੱਚ ਕੁਝ ਵੀ ਨਹੀਂ ਹੁੰਦਾ। ਅਗਲੀ ਸਲਾਈਡ ਜਿਨ ਸਿਰ ਸੋਹਣ ਪੱਟੀਆਂ ਦੇ ਔਖੇ ਸ਼ਬਦਾਂ ਬਾਰੇ ਹੈ। ਅਗਲੀਆਂ ਦੋ ਸਲਾਈਡਾਂ ਉਪਰੋਕਤ ਤਿੰਨੋਂ ਕਾਵਿ ਰਚਨਾਵਾਂ ਦੇ ਵਸਤੂਨਿਸ਼ਟ ਪ੍ਰਸ਼ਨ ਉੱਤਰ ਬਾਰੇ ਹਨ। ਜਿਵੇਂ ਕਿ ਪਹਿਲਾ ਪ੍ਰਸ਼ਨ ਹੈ ਕਿ ਪੰਚ ਪ੍ਰਵਾਨ ਪੰਚ ਪ੍ਰਧਾਨ ਜਪਜੀ ਸਾਹਿਬ ਦੀ ਕਿੰਨਵੀਂ ਪੌੜੀ ਹੈ, ਤਾਂ ਇਸ ਦਾ ਉੱਤਰ ਹੈ 16ਵੀਂ। ਅਗਲਾ ਕੁਐਸਚਨ ਹੈ, ਬਾਬਰ ਨੇ ਹਿੰਦੁਸਤਾਨ ਉੱਤੇ ਹਮਲਾ ਕਦੋਂ ਕੀਤਾ, ਤਾਂ ਇਸ ਦਾ ਉੱਤਰ ਹੈ 1521 ਈਸਵੀ ਵਿੱਚ। ਅਗਲੀ ਸਲਾਈਡ ਦਾ ਪਹਿਲਾ ਪ੍ਰਸ਼ਨ ਹੈ, ਬਾਬਰ ਦੇ ਹਮਲੇ ਵੇਲੇ ਇਸਤਰੀਆਂ ਦੇ ਕਿਹੜੇ ਗੁਣ ਹੀ ਦੋਸ਼ ਬਣ ਗਏ, ਤਾਂ ਇਸ ਦਾ ਉੱਤਰ ਹੈ ਸੱਸਾ। ਭਾਵ ਧਨ ਅਤੇ ਜੋਬਨ। ਅਗਲਾ ਪ੍ਰਸ਼ਨ ਹੈ, ਜਿਨ ਸਿਰ ਸੋਹਣ ਪੱਟੀਆਂ ਕਵਿਤਾ ਵਿੱਚ ਕਵੀ ਨੇ ਕਿਸ ਹਮਲੇ ਦਾ ਜ਼ਿਕਰ ਕੀਤਾ ਹੈ, ਤਾਂ ਇਸ ਦਾ ਉੱਤਰ ਹੈ ਆੜਾ। ਭਾਵ ਸੈਦਪੁਰ ਐਮਨਾਬਾਦ ਦੇ ਹਮਲੇ ਦਾ। ਅਖੀਰ ਵਿੱਚ ਮੈਨੂੰ ਪੂਰੀ ਉਮੀਦ ਹੈ ਕਿ ਇਹ ਪੂਰਾ ਲੈਕਚਰ ਤੁਹਾਡੇ ਸਾਰਿਆਂ ਲਈ ਫਾਇਦੇਮੰਦ ਸਾਬਤ ਹੋਵੇਗਾ। ਧੰਨਵਾਦ।